ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। नमस्कार दोस्तों, जो दोस्त ब्रॉडवे इमिग्रेशन की सर्विसेज लेना चाहते हैं वो कैसे हमारे साथ कांटेक्ट कर सकते हैं, उसके लिए मैं आपको शुरू में जरूर बताऊंगा। सो यू जस्ट हैव टू फॉलो 3 steps, a simple 3 steps. Number 1, you need to visit our website broadwaystudy.com. Number 2, you need to fill a form. वेबसाइट पे एक फॉर्म होगा, you have to fill your name, number and the country you wish to travel. And number 3, उसके बाद जब आप फॉर्म सबमिट करेंगे यू कैन सी आवर ऑनलाइन काउंसलर्स आउट देयर। यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे वो वीडियो कॉल अपने आप ऑटोमेटिकली स्टार्ट हो जाएगी। सो एनीवेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਬਿਲਕੁਲ ਡੈਡੀਕੇਟਡ ਹੈ ਆਸਟ੍ਰੇਲੀਆ ਦੇ ਉੱਤੇ। ਸੋ ਡੈਫੀਨੇਟਲੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟਸ ਤੱਕ ਕੁਝ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹੀਏ, ਸਪੈਸ਼ਲੀ ਯੂਨੀਵਰਸਿਟੀਜ਼ ਕਾਲਜਿਸ ਨੂੰ ਲੈ ਕੇ। ਯਾਨੀ ਕਿ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਉਹਨਾਂ 'ਚ ਕਿਹੜੇ ਇੰਸਟੀਟਿਊਸ਼ਨਸ ਅਵੇਲੇਬਲ ਨੇ ਔਰ ਬੈਸਟ ਕਿਹੜੇ ਨੇ ਤੁਹਾਡੇ, ਅਗਰ ਗੱਲ ਕਰੀਏ ਉੱਥੋਂ ਦੇ ਕਰੀਅਰ ਲਈ, ਐਜੂਕੇਸ਼ਨ ਲਈ ਐਂਡ ਮੋਰ ਓਵਰ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾਵਾਂਗਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਦੀ ਯੂਨੀਵਰਸਿਟੀ ਟੋਰੈਂਸ ਦੇ ਵਿੱਚ। ਸੋ ਡੈਫੀਨੇਟਲੀ ਇਹਦੇ 4 ਤੋਂ 5 ਸਿਟੀਜ਼ ਦੇ ਵਿੱਚ ਕੈਂਪਸ ਨੇ। ਸੋ ਉਹਦੇ ਬਾਰੇ ਗੱਲ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਖਾਸ ਤੌਰ ਤੇ ਜਿਹੜੇ ਸਟੂਡੈਂਟ ਆਸਟ੍ਰੇਲੀਆ ਜਾ ਕੇ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਨੇ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰੀ ਤੁਹਾਡੇ ਤੱਕ ਰਿਕੁਐਸਟ ਰਹੇਗੀ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸੋ ਦੈਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇੰਸਟੀਟਿਊਸ਼ਨਸ, ਯੂਨੀਵਰਸਿਟੀਜ਼ ਐਂਡ ਰੀਸੈਂਟ ਡਿਵੈਲਪਮੈਂਟਸ ਦੇ ਨਾਲ ਟਾਈਮ ਟੂ ਟਾਈਮ ਅਪਡੇਟ ਹੋ। ਸੋ ਗੱਲ ਕਰਦੇ ਹਾਂ ਆਸਟ੍ਰੇਲੀਆ ਨੂੰ ਲੈ ਕੇ। ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਦਾ ਐਡਮਿਸ਼ਨ ਕ੍ਰਾਈਟੇਰੀਆ ਜਿਹੜਾ ਰਹਿੰਦਾ ਹੈ, ਅਗਰ ਤੁਸੀਂ +2 ਕੀਤੀ ਹੈ ਤਾਂ ਤੁਸੀਂ 2019-20 ਪਾਸ ਆਊਟ ਹੋ, 6 ਓਵਰਆਲ, ਨਾਟ ਲੈਸ ਦੈਨ 5.5 ਤੁਹਾਡੇ ਬੈਂਡ ਨੇ, ਜਾਂ ਤੁਸੀਂ ਗ੍ਰੈਜੂਏਟ ਹੋ, ਤੁਹਾਡੀ ਜਿਹੜੀ ਗ੍ਰੈਜੂਏਸ਼ਨ ਹੈ 2018 ਔਨਵਰਡ ਦੀ ਹੈ, 60% ਮਾਰਕਸ ਨੇ, 6 ਈਚ ਤੁਹਾਡਾ ਆਇਲਸ ਹੈ, ਤਾਂ ਡੈਫੀਨੇਟਲੀ ਤੁਸੀਂ ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਅਸੈਸਮੈਂਟ ਲੈਵਲ 1 ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਕੇ ਆਪਣੀਆਂ ਐਪਲੀਕੇਸ਼ਨਸ ਦੇ ਉੱਤੇ ਵੀਜ਼ਾ ਜਿਹੜਾ ਹਾਸਲ ਕਰ ਸਕਦੇ ਹੋ। ਸੋ ਅੱਜ ਮੈਂ ਗੱਲ ਕਰਾਂਗਾ ਟੋਰੈਂਸ ਯੂਨੀਵਰਸਿਟੀ ਦੀ ਉੱਤੇ। ਸੋ ਡੈਫੀਨੇਟਲੀ ਵਨ ਆਫ ਦੀ ਬੈਸਟ ਯੂਨੀਵਰਸਿਟੀ ਹੈ। ਇਹਦੇ ਬਾਰੇ ਗੱਲ ਕਰੀਏ ਤਾਂ ਅਗਰ ਮੈਂ ਸਪੈਸ਼ਲੀ ਗੱਲ ਕਰਾਂ ਤਾਂ ਨਿਊ ਸਾਊਥ ਵੇਲਸ ਦਾ ਜਿਹੜਾ ਸ਼ਹਿਰ ਹੈ ਸਿਡਨੀ ਦੇ ਮੇਨ ਕੈਂਪਸ ਦੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਸੋ ਸਿਡਨੀ ਕੈਂਪਸ ਜਿਹੜਾ ਹੈਗਾ that is just 5 minutes away from Circular Quay, ਜਿਹੜਾ ਕਿ ਹੱਬ ਹੈ ਜਿੱਥੋਂ ਤੁਸੀਂ ਟਰਾਂਸਪੋਰਟ ਅਵੇਲ ਕਰ ਸਕਦੇ ਹੋ, either in the form of trains, buses and even ferries in Sydney. ਸੋ ਡੈਫੀਨੇਟਲੀ ਲੋਕੇਸ਼ਨ ਬਹੁਤ ਮੈਟਰ ਕਰਦੀ ਹੈ ਸਟੂਡੈਂਟ ਦੇ ਲਈ, ਈਜ਼ੀਲੀ ਅਪਰੋਚੇਬਲ ਹੈ। ਸੋ ਜਿਹੜੇ ਦੋਸਤ ਸਿਡਨੀ 'ਚ ਜਾ ਕੇ ਪੜ੍ਹਨਾ ਚਾਹੁੰਦੇ ਨੇ ਇਸ ਯੂਨੀਵਰਸਿਟੀ ਦੇ ਵਿੱਚ, ਡੈਫੀਨੇਟਲੀ ਉਹਨਾਂ ਨੂੰ ਜਿਹੜਾ ਸੈਂਟਰਲ ਟਰਾਂਸਪੋਰਟ ਹੱਬ ਹੈ ਇਹਦਾ ਬਹੁਤ ਬੈਨੀਫਿਟ ਹੈ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਕਿਹੜੇ ਪ੍ਰੋਗਰਾਮਸ, ਕਿਹੜੇ ਸੈਕਟਰ ਦੇ ਪ੍ਰੋਗਰਾਮਸ ਅਵੇਲੇਬਲ ਨੇ। ਸੋ ਡੈਫੀਨੇਟਲੀ ਟੋਰੈਂਸ ਯੂਨੀਵਰਸਿਟੀ ਦੇ ਵਿੱਚ ਦੋਨੋਂ ਤਰ੍ਹਾਂ ਦੇ ਪ੍ਰੋਗਰਾਮਸ ਅਵੇਲੇਬਲ ਹੈ। ਆਈਦਰ ਤੁਸੀਂ ਅੰਡਰ ਗ੍ਰੈਜੂਏਟ ਡਿਗਰੀ 'ਚ ਐਡਮਿਸ਼ਨ ਲੈ ਰਹੇ ਹੋ ਔਰ ਤੁਸੀਂ ਮਾਸਟਰਸ ਡਿਗਰੀ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ, ਯਾਨੀ ਕਿ ਸਟੂਡੈਂਟ ਨੇ +2 ਕੀਤੀ ਹੈ ਜਾਂ ਉਹਨੇ ਗ੍ਰੈਜੂਏਸ਼ਨ ਕੀਤੀ ਹੈ, ਤੇ ਦੋਨੋਂ ਕੈਡਰ ਦੇ ਸਟੂਡੈਂਟਸ ਦੇ ਲਈ ਜਿਹੜੀਆਂ ਐਡਮਿਸ਼ਨਸ ਹੈ ਉਹ ਇਸ ਯੂਨੀਵਰਸਿਟੀ ਦੇ ਵਿੱਚ ਪੋਸੀਬਲ ਨੇ। ਹੁਣ ਇਹਦੇ ਕੈਂਪਸ ਕਿੱਥੇ ਹੈ? ਸੋ ਮੇਨ ਕੈਂਪਸ ਸਿਡਨੀ ਹੈ, ਉਸ ਤੋਂ ਬਾਅਦ ਮੈਲਬਰਨ 'ਚ ਮਿਲੇਗਾ, ਬ੍ਰਿਸਬੇਨ 'ਚ ਮਿਲੇਗਾ ਐਂਡ ਐਡੀਲੇਡ ਦੇ ਵਿੱਚ ਮਿਲੇਗਾ। ਇਹਦਾ ਇੱਕ ਕੈਂਪਸ ਆਕਲੈਂਡ ਦੇ ਵਿੱਚ ਵੀ ਹੈ, ਬਟ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ 4 ਮੇਜਰ ਸਿਟੀਜ਼ ਦੇ ਵਿੱਚ, ਯਾਨੀ ਕਿ ਸਿਡਨੀ, ਬ੍ਰਿਸਬੇਨ, ਮੈਲਬਰਨ ਐਂਡ ਐਡੀਲੇਡ ਦੇ ਵਿੱਚ ਇਹਨਾਂ ਦੇ ਕੈਂਪਸ ਅਵੇਲੇਬਲ ਨੇ। ਮੋਰ ਓਵਰ ਹੁਣ ਅਗਰ ਕੋਰਸ ਆਫ ਸੈਕਟਰ ਆਫ ਕੋਰਸਿਸ ਦੀ ਗੱਲ ਕਰੀਏ ਤਾਂ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਬਿਜ਼ਨਸ ਰਿਲੇਟਡ ਪ੍ਰੋਗਰਾਮਸ, health related programs, hospitality related programs, nursing, technology and project management ਦੇ programs ਲੈ ਸਕਦੇ ਹੋ। ਯਾਨੀ ਕਿ ਹਰ ਇੱਕ ਸਟੂਡੈਂਟ ਦੇ ਲਈ ਇੱਥੇ ਆਪਸ਼ਨ ਅਵੇਲੇਬਲ ਹੈ। ਤੁਸੀਂ ਮੈਡੀਕਲ ਸਾਇੰਸਿਸ +2 ਕੀਤੀ ਹੈ, ਨਾਨ ਮੈਡੀਕਲ ਹੈ, ਆਰਟਸ ਹੈ, ਈਵਨ ਤੁਸੀਂ ਅਗਰ ਅਦਰ ਦੈਨ
ਆਰਟਸ ਦੇ ਵੀ ਸਬਜੈਕਟ ਗੇਨ ਕੀਤੇ ਨੇ ਜਾਂ ਤੁਸੀਂ ਗ੍ਰੈਜੂਏਸ਼ਨ ਵੀ ਸਪੈਸ਼ਲਾਈਜ਼ਡ ਹੋ ਤਾਂ ਤੁਸੀਂ ਟੋਰੈਂਸ ਯੂਨੀਵਰਸਿਟੀ ਦੇ ਵਿੱਚ ਆਪਣੀ ਜਿਹੜੀ ਐਡਮਿਸ਼ਨ ਹੈ ਉਹ ਕਿਸੇ ਵੀ ਸੈਕਟਰ ਦੇ ਵਿੱਚ ਆਈਦਰ ਅੰਡਰ ਗ੍ਰੈਜੂਏਟ ਡਿਗਰੀ ਔਰ ਮਾਸਟਰਸ ਡਿਗਰੀ ਦੇ ਲਈ ਐਡਮਿਸ਼ਨ ਜਿਹੜੀ ਉਹ ਪੋਸੀਬਲ ਕਰ ਸਕਦੇ ਹੋ। ਐਡਮਿਸ਼ਨ ਕ੍ਰਾਈਟੇਰੀਆ ਨੂੰ ਲੈ ਕੇ ਗੱਲ ਕਰਾਂ ਤਾਂ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦਾ ਓਵਰਆਲ ਕ੍ਰਾਈਟੇਰੀਆ ਐਂਡ ਗ੍ਰੈਜੂਏਟ ਪ੍ਰੋਗਰਾਮਸ ਦਾ ਓਵਰਆਲ ਕ੍ਰਾਈਟੇਰੀਆ 60% ਐਕੈਡੈਮਿਕਸ ਦੇ ਵਿੱਚ ਰਿਕੁਆਇਰਡ ਹੈ। ਸੋ ਅਗਰ ਤੁਸੀਂ +2 ਵੀ ਕੀਤੀ ਹੈ ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਦੋਨੋਂ ਸਿਨੈਰੀਓਜ਼ ਦੇ ਵਿੱਚ ਤੁਹਾਡੇ ਕੋਲ ਪਰਸੈਂਟੇਜ ਜਿਹੜੀ ਹੈ 60% ਓਵਰਆਲ ਹੋਣੀ ਚਾਹੀਦੀ। ਇਸ ਤੋਂ ਬਾਅਦ ਜਿਹੜਾ ਮੇਜਰ ਕੁਐਰੀ ਸਟੂਡੈਂਟਸ ਨੂੰ ਰਹਿੰਦੀ ਹੈ ਉਹ ਰਹਿੰਦੀ ਹੈ ਜੀ ਇੰਟਰਨੈਸ਼ਨਲ ਸਟੂਡੈਂਟਸ ਨੂੰ, ਖਾਸ ਤੌਰ ਤੇ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮਸ ਨੂੰ ਲੈ ਕੇ। ਸੋ ਇਸ ਯੂਨੀਵਰਸਿਟੀ ਦੇ ਵਿੱਚ ਆਇਲਸ, ਪੀਟੀ ਐਂਡ ਟੋਫਲ ਤਿੰਨੋਂ ਐਗਜ਼ਾਮਸ ਜਿਹੜੇ ਨੇ ਉਹ ਅਸੈਪਟਡ ਨੇ। ਅੰਡਰ ਗ੍ਰੈਜੂਏਟ ਸਟੂਡੈਂਟਸ ਦੀ ਗੱਲ ਕਰਾਂ ਤਾਂ ਆਇਲਸ ਦੇ ਵਿੱਚ ਤੁਹਾਨੂੰ 6 ਓਵਰਆਲ ਨਾਟ ਲੈਸ ਦੈਨ 5.5 ਦਾ ਸਕੋਰ ਚਾਹੀਦਾ ਹੈ। ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੀ ਗੱਲ ਕਰਾਂ ਤਾਂ ਉਸ ਵੇਲੇ ਤੁਹਾਨੂੰ ਆਇਲਸ ਦੀ ਰਿਕੁਆਇਰਮੈਂਟ ਜਿਹੜੀ ਉਹ 6 ਈਚ ਰਹੇਗੀ, ਬਟ ਕਈ ਪ੍ਰੋਗਰਾਮਸ ਦੀ ਅਵੇਲੇਬਿਲਿਟੀ ਦੇ ਉੱਤੇ ਅਗਰ ਮੈਂ ਸਪੈਸ਼ਲੀ ਗੱਲ ਕਰਾਂ ਟੈਕਨੋਲੋਜੀ ਐਂਡ ਨਰਸਿੰਗ ਨੂੰ ਲੈ ਕੇ ਤਾਂ 6.5 ਓਵਰਆਲ ਨਾਟ ਲੈਸ ਦੈਨ 6 ਦੀ ਡਿਮਾਂਡ ਹੋ ਸਕਦੀ ਹੈ। ਡਿਪੈਂਡ ਹੈ ਪ੍ਰੋਗਰਾਮ ਦੇ ਇੰਡੀਵਿਜੂਅਲ ਕ੍ਰੈਡੀਬਿਲਿਟੀ ਦੇ ਉੱਤੇ। ਸਿਮਿਲਰਲੀ ਅਗਰ ਤੁਸੀਂ ਪੀਟੀ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਪੀਟੀ ਦਾ ਸਕੋਰ ਤੁਹਾਨੂੰ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੇ ਲਈ 50 ਓਵਰਆਲ ਨਾਟ ਲੈਸ ਦੈਨ 42 ਰਹੇਗਾ ਐਂਡ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੇ ਲਈ 58 ਨਾਟ ਲੈਸ ਦੈਨ 50। ਸੋ ਟੋਫਲ ਅਗਰ ਸਪੈਸ਼ਲੀ ਗੱਲ ਕਰੀਏ ਤਾਂ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਓਵਰਆਲ 60 ਐਂਡ ਮਿਨੀਮਮ 18 ਤੁਹਾਡੇ ਰਾਈਟਿੰਗ ਦੇ ਵਿੱਚ ਰਿਕੁਆਇਰਡ ਰਹਿੰਦੇ ਨੇ ਐਂਡ ਮਾਸਟਰਸ ਪ੍ਰੋਗਰਾਮ ਦੇ ਲਈ ਟੋਫਲ ਜਿਹੜਾ 79 ਓਵਰਆਲ ਐਂਡ ਨਾਟ ਲੈਸ ਦੈਨ 21 ਇਨ ਰਾਈਟਿੰਗ। ਸੋ ਇਸ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਤਿੰਨੋਂ ਹੀ ਇੰਗਲਿਸ਼ ਪ੍ਰੋਫੀਸ਼ੀਐਂਸੀ ਐਗਜ਼ਾਮਸ ਦੇ ਵਿੱਚ ਅਸੈਪਟਡ ਹੋ। ਹੁਣ ਜਿਹੜਾ ਮੇਜਰ ਕੰਸਰਨ ਰਹਿੰਦਾ ਸਟੂਡੈਂਟ ਦਾ ਦੈਟ ਇਜ਼ ਅਬਾਊਟ ਦੀ ਟਿਊਸ਼ਨ ਫੀ। ਸੋ ਅੰਡਰ ਗ੍ਰੈਜੂਏਟ ਦੀ ਜਿਹੜੀ ਐਵਰੇਜ ਟਿਊਸ਼ਨ ਫੀ ਹੈ ਉਹ ਤੁਹਾਨੂੰ ਮਿਲੇਗੀ $22,000 ਤੋਂ ਲੈ ਕੇ $24,000 ਆਸਟ੍ਰੇਲੀਅਨ ਡਾਲਰਸ ਐਨੂਅਲੀ ਐਂਡ ਸਿਮਿਲਰਲੀ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੀ ਜਿਹੜੀ ਤੁਹਾਨੂੰ ਐਵਰੇਜ ਫੀ ਮਿਲੇਗੀ ਪ੍ਰੋਗਰਾਮ ਟੂ ਪ੍ਰੋਗਰਾਮ ਦੈਟ ਇਜ਼ ਰੇਂਜਿੰਗ ਫਰੋਮ $24,000 ਆਸਟ੍ਰੇਲੀਅਨ ਡਾਲਰਸ ਅਪ ਟੂ $28,000 ਆਸਟ੍ਰੇਲੀਅਨ ਡਾਲਰਸ। ਸੋ ਫੀ ਡਿਫਰੈਂਸ ਦਾ ਮੈਂ ਤੁਹਾਨੂੰ ਰੇਂਜ ਦੱਸੀ ਹੈ। ਸੋ ਅਕੋਰਡਿੰਗਲੀ ਜਿਸ ਵੀ ਸੈਕਟਰ ਨੂੰ ਤੁਸੀਂ ਬਿਲੋਂਗ ਕਰਦੇ ਹੋ, ਜਿਸ ਪ੍ਰੋਗਰਾਮ 'ਚ ਅਪਲਾਈ ਕਰਦੇ ਹੋ, ਸੋ ਥੋੜਾ ਬਹੁਤਾ ਉਹਦੇ 'ਚ ਡਿਫਰੈਂਸ ਤੁਹਾਨੂੰ ਜ਼ਰੂਰ ਮਿਲੇਗਾ। ਸੋ ਇਹ ਆਪਾਂ ਗੱਲ ਕੀਤੀ ਹੈ ਐਡਮਿਸ਼ਨ ਕ੍ਰਾਈਟੇਰੀਆ ਨੂੰ ਲੈ ਕੇ, ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਨੂੰ ਲੈ ਕੇ, ਫੀ ਸਟਰਕਚਰ ਨੂੰ ਲੈ ਕੇ। ਹੁਣ ਸਟੂਡੈਂਟ ਦਾ ਸਭ ਤੋਂ ਇੰਪੋਰਟੈਂਟ ਇੱਕ ਪਾਰਟ ਰਹਿੰਦਾ ਹੈ ਕਿ ਐਕਸਕਲੂਸਿਵ ਫੈਕਟਰ ਉਸ ਯੂਨੀਵਰਸਿਟੀ ਦਾ ਕੀ ਹੈ। ਸੋ ਡੈਫੀਨੇਟਲੀ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ ਜਿਹੜਾ ਪ੍ਰੋਜੈਕਟ ਮੈਨੇਜਮੈਂਟ ਦਾ ਪ੍ਰੋਗਰਾਮ ਹੈ that is exclusive in this particular university and technology related program, especially IT related program ਜਿਹੜੇ ਰਹਿੰਦੇ ਨੇ this is one of the exclusivity of this particular university. So ਉਸ ਤੋਂ ਇਲਾਵਾ ਇੰਡਸਟਰੀਅਲ ਫੋਕਸਡ ਇੱਥੇ ਪ੍ਰੋਗਰਾਮਸ ਨੇ, ਕਲਾਸਰੂਮ ਓਰੀਐਂਟੇਸ਼ਨ ਹੈ ਐਂਡ ਮੋਰ ਓਵਰ ਜਿਹੜੀਆਂ ਆਪਸ਼ਨਸ ਨੇ that are hybrid. So student hybrid study options ਦੇ ਨਾਲ ਟੋਰੈਂਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਸਕਦਾ ਹੈ ਐਂਡ ਇੱਕ ਵਧੀਆ ਫਿਊਚਰ ਆਪਣਾ ਸਿਡਨੀ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਹਾਸਿਲ ਕਰ ਸਕਦਾ ਹੈ। ਸੋ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਰਹੇਗੀ ਹੈ ਕਿ ਅਸੀਂ ਸਟੂਡੈਂਟਸ ਤੱਕ ਅਲੱਗ-ਅਲੱਗ ਯੂਨੀਵਰਸਿਟੀਜ਼ ਲੈ ਕੇ ਪਹੁੰਚਦੇ ਰਹੀਏ। ਸੋ ਅੱਜ ਦੇ ਲਈ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਾਂਗੇ। ਮਿਲਾਂਗੇ ਨੈਕਸਟ ਟਾਈਮ ਕੁਝ ਨਵੀਆਂ ਅਪਡੇਟਸ, ਕੁਝ ਨਵੀਆਂ ਡਿਵੈਲਪਮੈਂਟਸ ਦੇ ਨਾਲ। ਸੋ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।